हाँ जी बेटा, टुडेज टॉपिक इज़ मोलिकुलैरिटी एंड ऑर्डर ऑफ रिएक्शन। ऑर्डर ऑफ रिएक्शन ਅਸੀਂ ਲਾਸਟ ਟੌਪਿਕ 'ਚ ਕੀਤਾ ਸੀਗਾ। ਦੈਟ ਇਜ਼ ਮੰਨ ਲਓ ਇੱਕ ਸਾਡੇ ਕੋਲ ਰਿਐਕਸ਼ਨ ਹੈ A plus B gives C plus D। ਇਹਦਾ ਰੇਟ ਕੀ ਹੋਏਗਾ? ਰੇਟ ਆਫ ਚੇਂਜ ਆਫ ਕੰਸਨਟ੍ਰੇਸ਼ਨ ਆਫ ਰਿਐਕਟੈਂਟਸ ਜਾਂ ਪ੍ਰੋਡਕਟਸ। ਇੱਥੇ ਕੰਸਨਟ੍ਰੇਸ਼ਨ ਲਿਆ ਕਿਉਂਕਿ ਨੈਗੇਟਿਵ ਸਾਈਨ ਹੈ। ਇਕੁਅਲਸ ਟੂ ਰੇਟ ਇਕੁਏਸ਼ਨ ਕੀ ਬਣੀ ਹੈ? K A ਦੀ ਪਾਵਰ A, ਲਾ ਆਫ ਮਾਸ ਐਕਸ਼ਨ ਲਗਾਇਆ, B ਦੀ ਪਾਵਰ B। A ਦੀ ਪਾਵਰ A ਨਹੀਂ ਵੀ ਹੋ ਸਕਦੀ ਸੀਗੀ, B ਨਹੀਂ ਵੀ ਹੋ ਸਕਦੀ ਸੀ। ਇਟ ਕੈਨ ਬੀ ਸਮ ਅਦਰ ਪਾਵਰਸ ਅਕੋਰਡਿੰਗ ਟੂ ਰੇਟ ਲਾ। ਠੀਕ ਹੈ। ਸੋ ਆਰਡਰ ਕੀ ਹੋਇਆ? ਇਸ ਰੇਟ ਇਕੁਏਸ਼ਨ ਦੇ ਅਕੋਰਡਿੰਗਲੀ A plus B, sum of the powers to which the concentration terms are raised in rate equation। ਰੇਟ ਇਕੁਏਸ਼ਨ ਦੇ ਵਿੱਚ ਕੰਸਨਟ੍ਰੇਸ਼ਨ ਟਰਮਸ ਨੂੰ ਜਿਹੜੀਆਂ ਪਾਵਰਸ ਨਾਲ ਰੇਜ਼ ਕੀਤਾ ਜਾਂਦਾ ਉਹਨਾਂ ਦਾ ਸਮ। That was a quick revision of order of reaction. Now today's topic is molecularity of the reaction। बेटा very easy और important भी है। molecularity simply ਕੀ ਹੈ? number of reacting species, ਕਿੰਨੇ ਸਪੀਸ਼ੀਜ਼ ਜਿਹੜੇ ਨੇ ਉਹ ਰਿਐਕਟ ਕਰ ਰਹੇ ਨੇ। ਠੀਕ ਹੈ ਨਾ, ਭਾਵੇਂ ਉਹ ਮੋਲੀਕਿਊਲਸ ਨੇ, ਭਾਵੇਂ ਐਟਮਸ ਨੇ, ਭਾਵੇਂ ਆਇਨਸ ਨੇ, ਜਿਹੜੇ ਇੱਕ ਦੂਜੇ ਨਾਲ ਟਕਰਾਉਂਦੇ ਨੇ ਡਾਇਰੈਕਟਲੀ ਤੇ ਰਿਐਕਸ਼ਨ ਕਰਦੇ ਨੇ। ਠੀਕ ਹੈ ਨਾ। ਹੁਣ ਦੇਖੋ ਐਗਜ਼ਾਮਪਲ ਤੋਂ ਕਲੀਅਰ ਹੋਏਗਾ। ਆ ਐਗਜ਼ਾਮਪਲ ਕੀ ਹੈ? H2O2 gives ਵਾਟਰ ਪਲੱਸ ਆਕਸੀਜਨ, ਹਾਈਡਰੋਜਨ ਪਰਆਕਸਾਈਡ ਦੀ ਡੀਕੰਪੋਜੀਸ਼ਨ। ਕਿੰਨੇ ਮੋਲੀਕਿਊਲਸ ਰਿਐਕਟ ਕਰ ਰਹੇ ਆ? ਓਨਲੀ 1। ਮੋਲੀਕੂਲੈਰਿਟੀ ਕਿੰਨੀ ਆ ਗਈ? 1। ਯੂਨੀਮੋਲੀਕੂਲਰ, ਵੈਰੀ ਈਜ਼ੀ। ਦ ਨੰਬਰ ਆਫ ਰਿਐਕਟਿੰਗ ਸਪੀਸ਼ੀਜ਼, ਕਿੰਨੇ ਸਪੀਸ਼ੀਜ਼ ਰਿਐਕਟ ਕਰ ਰਹੇ ਆ ਸਾਈਮਲਟੇਨੀਅਸਲੀ। ਜਦੋਂ ਕੋਈ ਚੀਜ਼ ਰਿਐਕਟ ਕਰਦੀ ਹੈ ਤੇ ਉਹ ਆਪਸ 'ਚ ਟਕਰਾਉਂਦੇ ਆ। let us say A and B is reacting here and then A and B molecules are colliding each other। so molecularity 'ਚ ਹੈ ਕਿ ਡਾਇਰੈਕਟਲੀ ਕਿੰਨੇ ਸਪੀਸ਼ੀਜ਼ ਆਪਸ 'ਚ ਕੋਲਾਈਡ ਕਰ ਰਹੇ ਯਾਨੀ ਕਿ ਰਿਐਕਟ ਕਰ ਰਹੇ ਨੇ। ਠੀਕ ਹੈ। ਸੋ ਦੇਖੋ ਐਗਜ਼ਾਮਪਲ, ਇੱਥੇ molecularity ਕਿੰਨੀ ਆ ਗਈ? 1। ਨੈਕਸਟ ਐਗਜ਼ਾਮਪਲ ਦੇਖੋ, HI gives H2 plus I2 but HI ਦੇ ਕਿੰਨੇ ਮੋਲੀਕਿਊਲਸ ਨੇ? 2। ਸੋ molecularity ਆ ਗਈ 2। ਦਿਸ ਇਜ਼ ਬਾਈਮੋਲੀਕੂਲਰ ਰਿਐਕਸ਼ਨ। molecularity 1 ਹੋਏਗੀ ਤੇ ਯੂਨੀਮੋਲੀਕੂਲਰ, 2 ਹੋਏਗੀ ਤੇ ਬਾਈਮੋਲੀਕੂਲਰ, 3 ਹੋਏਗੀ ਤਾਂ ਟ੍ਰਾਈਮੋਲੀਕੂਲਰ। ਨਾਓ ਸੀ NO2 plus NO plus O2 gives NO2। ਇਹ 'ਚ ਕਿੰਨੇ ਮੋਲੀਕਿਊਲਸ ਰਿਐਕਟ ਕਰ ਰਹੇ ਨੇ? ਬੇਟਾ ਸੀ ਤੁਸੀਂ ਇਹ ਨਹੀਂ ਕਹਿਣਾ ਦੋ ਟਾਈਪ ਦੇ ਰਿਐਕਟ ਕਰ ਰਹੇ ਨੇ, ਬਟ ਟੋਟਲ ਕਿੰਨੇ ਨੇ? 2 NO ਦੇ ਮੋਲੀਕਿਊਲਸ, 1 O ਦੇ। ਟੋਟਲ ਕਿੰਨੇ ਹੋ ਗਏ ਮੋਲੀਕਿਊਲਸ ਰਿਐਕਟ ਕਰਦੇ? 3। ਸੋ ਇਟ ਇਜ਼ ਟ੍ਰਾਈਮੋਲੀਕੂਲਰ। ਮੋਲੀਕੂਲੈਰਿਟੀ ਕਿੰਨੀ ਹੈ ਇਹਦੀ? 3 ਐਂਡ ਇਟ ਇਜ਼ ਟ੍ਰਾਈਮੋਲੀਕੂਲਰ ਰਿਐਕਸ਼ਨ। ਦੇਖੋ ਮੋਲੀਕੂਲੈਰਿਟੀ 1 ਤੇ ਯੂਨੀਮੋਲੀਕੂਲਰ, 2 ਤੇ ਬਾਈਮੋਲੀਕੂਲਰ, 3 ਤੇ ਟ੍ਰਾਈਮੋਲੀਕੂਲਰ। ਕਲੀਅਰ ਹੈ। 4 ਅਤੇ ਟੈਟਰਾਮੋਲੀਕੂਲਰ ਰਿਐਕਸ਼ਨ। ਨਾਓ ਵਾਟ ਇਜ਼ ਅ ਕੰਪਲੈਕਸ ਰਿਐਕਸ਼ਨ? ਉਹ ਰਿਐਕਸ਼ਨ ਜਿਹੜੀ ਇੱਕ ਸਟੈਪ 'ਚ ਨਾ ਹੋਏ, ਉਹਦੇ ਲਈ ਛੋਟੀਆਂ ਰਿਐਕਸ਼ਨਸ ਹੋ ਕੇ ਫਿਰ ਉਹ ਮਿਲ ਕੇ ਇੱਕ ਰਿਐਕਸ਼ਨ ਬਣੇ। ਦ ਰਿਐਕਸ਼ਨ ਵਿਚ ਟੇਕ ਪਲੇਸ ਇਨ ਅ ਸੀਕੁਐਂਸ ਆਫ 2 ਔਰ ਮੋਰ ਕੰਸੈਕਿਊਟਿਵ ਸਟੈਪਸ। 2 ਜਾਂ 3 ਸਟੈਪਸ ਦੇ ਵਿੱਚ ਰਿਐਕਸ਼ਨ ਹੋਏ ਉਹਨੂੰ ਕੰਪਲੈਕਸ ਰਿਐਕਸ਼ਨ ਕਹਿੰਦੇ ਆ। ਜਿਵੇਂ ਕਿ ਦੇਖੋ ਮੰਨ ਲਓ ਰਿਐਕਸ਼ਨ ਹੈ 2 NO2 ਦੇ ਮੋਲੀਕਿਊਲ ਨਾਈਟ੍ਰੋਜਨ ਡਾਈਆਕਸਾਈਡ ਦੇ ਰਿਐਕਟ ਕੀਤੇ ਫਲੋਰੀਨ ਦੇ ਨਾਲ, ਕੀ ਬਣਿਆ? 2 NO2। ਠੀਕ ਹੈ, 2 NO2F ਸੌਰੀ। ਬਟ ਇਹ ਰਿਐਕਸ਼ਨ ਡਾਇਰੈਕਟਲੀ ਨਹੀਂ ਹੋਈ। ਪਹਿਲਾਂ NO2F2 ਨਾਲ ਰਿਐਕਟ ਕੀਤੀ, NO2F ਦਾ ਇੱਕ ਮੋਲੀਕਿਊਲ ਬਣਿਆ ਐਂਡ ਇੱਕ F ਦਾ ਜਿਹੜਾ ਐਟਮ ਹੈ ਉਹ ਰਿਲੀਜ਼ ਹੋਇਆ। ਬਿਕੋਜ਼ ਇਟ ਇਜ਼ ਅਨਸਟੇਬਲ, ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕਿੰਨੀ ਹੁੰਦੀ ਹੈ? 7 287 ਸੌਰੀ 27। ਉਹ ਕਲੋਰੀਨ ਦੀ ਹੈ 27। ਇਹਨੂੰ ਇੱਕ ਇਲੈਕਟ੍ਰੋਨ ਚਾਹੀਦਾ ਹੈ, ਫਟਾਫਟ NO2 ਨਾਲ ਦੁਬਾਰਾ ਰਿਐਕਟ ਕਰ ਗਿਆ ਔਰ NO2F ਦੇ 2 ਮੋਲੀਕਿਊਲਸ ਬਣ ਗਏ। ਇੱਥੇ ਮੈਂ F ਨਹੀਂ ਲਿਖਿਆ, ਇੱਥੇ F ਆਏਗਾ ਬੇਟੇ। ਠੀਕ ਹੈ। ਔਰ ਤੁਹਾਡੇ ਕੋ ਓਵਰਆਲ ਰਿਐਕਸ਼ਨ ਕਿੰਨੀ ਹੋ ਗਈ? 2 NO2 F2, F ਤੇ F ਹੈ ਕੱਟੇ ਗਏ ਔਰ ਇੱਥੇ ਕੀ ਆ ਗਿਆ? NO2F ਦੇ ਕਿੰਨੇ ਮੋਲੀਕਿਊਲ? 2। ਸੋ ਇਹ ਰਿਐਕਸ਼ਨ ਕਿੰਨੇ ਸਟੈਪਸ 'ਚ ਹੋਈ ਹੈ? 2 ਸਟੈਪਸ 'ਚ। ਲਿਖਿਆ ਮੈਂ ਸਿੰਗਲ ਰਿਐਕਸ਼ਨ ਹੈ ਲਿਖੀ ਹੈ, ਬਟ ਇਹ 2 ਸਟੈਪਸ 'ਚ ਹੋ ਕੇ ਫਿਰ ਉਹੀ ਰਿਐਕਸ਼ਨ ਆ ਗਈ ਆ ਵਾਲੀ। ਠੀਕ ਹੈ। ਸੋ ਦਿਸ ਇਜ਼ ਅ ਕੰਪਲੈਕਸ ਰਿਐਕਸ਼ਨ। ਹੁਣ ਬੇਟਾ ਇਹ ਕੰਪਲੈਕਸ ਰਿਐਕਸ਼ਨ ਦੇ 2 ਸਟੈਪ ਹੈ, ਕਈਆਂ ਦੇ 3 ਹੋਣਗੇ, ਕਈਆਂ ਦੇ 4 ਹੋਣਗੇ। ਆਹ 2 ਸਟੈਪਸ ਦੇ ਵਿੱਚੋਂ ਸਾਰੇ ਸਟੈਪਸ ਇੱਕੋ ਜਿਹੀ ਸਪੀਡ ਨਾਲ ਨਹੀਂ ਅਕਰ ਹੋਣਗੇ, ਕੁਝ ਸਲੋ ਹੋਣਗੇ, ਕੁਝ ਫਾਸਟ ਹੋਣਗੇ। ਦੇਖੋ ਫਸਟ ਸਟੈਪ ਇਜ਼ ਸਲੋ ਸਟੈਪ, ਸੈਕਿੰਡ ਸਟੈਪ ਇਜ਼ ਫਾਸਟ ਸਟੈਪ। ਹੁਣ ਇਹ ਚੀਜ਼ ਕਰਨ ਦਾ ਮਤਲਬ ਕੀ ਹੈ? ਵਾਟ ਇਜ਼ ਸਲੋ ਸਟੈਪ, ਵਾਟ ਇਜ਼ ਫਾਸਟ ਸਟੈਪ? ਬੇਟਾ ਕੰਪਲੈਕਸ ਰਿਐਕਸ਼ਨ ਦੇ ਵਿੱਚ ਅਗਰ ਅਸੀਂ ਰੇਟ ਆਫ ਰਿਐਕਸ਼ਨ ਡਿਟਰਮਿਨ ਕਰਨਾ ਹੈ ਤਾਂ ਅਸੀਂ ਕਿਹਦਾ ਰੇਟ ਆਫ ਰਿਐਕਸ਼ਨ ਲਿਖੀਏ? ਇਸ ਰਿਐਕਸ਼ਨ ਦਾ ਕਿ ਇਸ ਰਿਐਕਸ਼ਨ ਦਾ? ਮੇਨ ਰਿਐਕਸ਼ਨ ਹੈ
ਤੁਸੀਂ ਕੀਤਾ ਨਾ ਰੇਟ ਲਾ 'ਚ ਕਿ ਕਈ ਵਾਰੀ ਰੇਟ ਇਕੁਏਸ਼ਨ 'ਚ ਪਾਰਟ 2 ਨਹੀਂ ਆਣੀ ਇੱਥੇ, ਹੈ ਨਾ। ਉਹ ਕਿਉਂ ਨਹੀਂ ਆਣੀ? ਵਾਈ? ਕਿਉਂਕਿ ਰੇਟ ਇਹਦੇ 'ਤੇ ਡਿਪੈਂਡ ਹੀ ਨਹੀਂ ਕਰਦਾ ਪਿਆ। ਆਹ ਰਿਐਕਸ਼ਨ ਜਿਹੜੀ ਹੈ ਇਹ 2 ਸਟੈਪਸ 'ਚ ਹੋ ਰਹੀ ਹੈ ਔਰ ਰੇਟ ਇਹਨਾਂ ਦੋਨਾਂ 'ਚੋਂ ਕਿਸੇ ਇੱਕ 'ਤੇ ਡਿਪੈਂਡ ਕਰੇਗਾ। ਔਰ ਬੇਟਾ ਯਾਦ ਰੱਖੋ, ਇਟ ਇਜ਼ ਵੈਰੀ ਇੰਪੋਰਟੈਂਟ, ਰੇਟ ਆਲਵੇਜ਼ ਡਿਪੈਂਡਸ ਅਪੋਨ ਸਲੋਐਸਟ ਸਟੈਪ। ਰੇਟ ਕਿਤੇ ਡਿਪੈਂਡ ਕਰੇਗਾ? ਜਿਹੜੀ ਰਿਐਕਸ਼ਨ ਸਭ ਤੋਂ ਸਲੋ ਹੋਈ ਹੈ, ਠੀਕ ਹੈ ਨਾ। ਜਿਹੜੀ ਸਲੋ ਹੈ ਉਹਨੇ ਪੂਰੀ ਓਵਰਆਲ ਰਿਐਕਸ਼ਨ ਨੂੰ ਵੀ ਸਲੋ ਕਰ ਦੇਣਾ। ਸੋ ਰੇਟ ਸਾਡਾ ਫਾਸਟ ਸਟੈਪ ਤੇ ਡਿਪੈਂਡ ਨਹੀਂ ਕਰਦਾ, ਰੇਟ ਡਿਪੈਂਡ ਕਰਦਾ ਸਲੋਐਸਟ ਸਟੈਪ ਕਿਹੜਾ ਹੈ, ਠੀਕ ਹੈ ਨਾ। ਰੇਟ ਆਫ ਰਿਐਕਸ਼ਨ ਇਜ਼ ਆਲਵੇਜ਼ ਡਿਟਰਮਿਨਡ ਬਾਏ ਸਲੋ ਸਟੈਪ। ਇਹਦੀ ਇੱਕ ਬੜੀ ਅੱਛੀ ਐਗਜ਼ਾਮਪਲ ਨਾਲ ਤੁਹਾਨੂੰ ਕਲੀਅਰ ਹੋਏਗਾ। ਮੰਨ ਲਓ ਇੱਕ ਕੰਪਨੀ ਆ, ਉਹ ਸਾਈਕਲ ਬਣਾਉਂਦੀ ਹੈ, ਠੀਕ ਹੈ। ਉਹਨੇ 100 ਪੈਡਲਸ ਰੋਜ਼ ਬਣਾਏ, ਠੀਕ ਹੈ ਨਾ। ਜਿਹੜਾ ਇੱਕ ਉਹਨਾਂ ਦਾ ਯੂਨਿਟ ਹੈ ਉਹ ਪੈਡਲਸ ਬਣਾਉਂਦਾ, ਉਹ 100 ਪੈਡਲਸ ਬਣਾ ਦਿੰਦਾ। ਬ੍ਰੇਕਸ ਵਾਲਾ 50 ਬ੍ਰੇਕਸ ਬਣਾਉਂਦਾ। ਰਿਮ ਜਿਹੜੇ ਬਣਾਉਂਦੇ ਆ ਉਹ 200 ਬਣਾਉਂਦੇ ਆ। ਸੀਟਸ ਜਿਹੜੀਆਂ 150 ਬਣਾਉਂਦੀਆਂ। ਇਸ ਤਰ੍ਹਾਂ ਡਿਫਰੈਂਟ ਯੂਨਿਟਸ ਆਪਣੇ ਰੋਜ਼ ਦੀ ਪ੍ਰੋਡਕਸ਼ਨ ਇੱਦਾਂ ਕਰਦੇ ਆ। ਬਟ ਪੂਰੇ ਸਾਈਕਲ ਕੰਪਲੀਟ ਕਿੰਨੇ ਬਣੇ? ਜਿੰਨੇ ਪੂਰੇ ਕੰਪਲੀਟ ਸੈੱਟ ਹੋਣਗੇ ਉਨੇ ਸਾਈਕਲ ਬਣਨਗੇ, ਪਰ ਬ੍ਰੇਕਸ ਤੇ ਸਭ ਤੋਂ ਘੱਟ ਹੈ। ਤਾਂ ਸਭ ਤੋਂ ਘੱਟ ਸਾਈਕਲ ਟੋਟਲ ਕਿੰਨੇ ਬਣੇ? 50। ਕਿਉਂਕਿ ਬਾਕੀ ਚਾਹੇ ਚੀਜ਼ਾਂ ਵੱਧ ਹੈ, ਜੇ ਬ੍ਰੇਕ ਹੀ ਨਹੀਂ ਲੱਗਣਗੀ ਤਾਂ ਸਾਈਕਲ ਕੰਪਲੀਟ ਨਹੀਂ ਨਾ ਬਣੇ। ਸੋ ਰੇਟ ਆਫ ਫਾਰਮਿੰਗ ਸਾਈਕਲ ਕੰਪਨੀ ਦਾ ਕਿੰਨਾ ਹੋ ਗਿਆ ਰੋਜ਼ ਦਾ? 50। ਸੋ ਰੇਟ ਕਿੱਥੇ ਡਿਪੈਂਡ ਕੀਤਾ? ਸਲੋਐਸਟ ਸਟੈਪ ਤੇ। ਜਿਹੜਾ ਸਾਡਾ ਵੀਕ ਸਾਥੀ ਹੈ, ਸਾਡਾ ਰੇਟ ਉਹਦੇ ਤੇ ਡਿਪੈਂਡ ਕਰੇਗਾ। ਫਾਸਟ ਚਾਹੇ ਜਿੰਨੇ ਮਰਜ਼ੀ ਚੱਲ ਲਓ, ਕੰਪਲੀਟ ਤੇ ਤਾਂ ਹੀ ਹੋਏਗਾ ਨਾ ਜੇ ਸਾਰਾ ਕੁਝ ਕੰਪਲੀਟ ਹੋਏਗਾ। ਸੋ ਰੇਟ ਕਿੱਥੇ ਡਿਪੈਂਡ ਕੀਤਾ? ਟੋਟਲ ਸਾਈਕਲ ਰੋਜ਼ ਦੇ ਕਿੰਨੇ ਬੰਦੇ ਪਏ ਆ? 50। ਰੇਟ ਡਿਪੈਂਡ ਕੀਤਾ ਸਲੋਐਸਟ ਸਟੈਪ ਤੇ। ਸੋ ਇੱਥੇ ਦੇਖੋ, ਰੇਟ ਡਿਪੈਂਡ ਕਰਦਾ ਸਲੋਐਸਟ ਸਟੈਪ ਤੇ। ਤਾਂ ਹੀ ਤੁਹਾਡਾ ਰੇਟ ਲਾ ਤੇ ਲਾ ਆਫ ਮਾਸ ਐਕਸ਼ਨ ਦੀ ਅਲੱਗ-ਅਲੱਗ ਇਕੁਏਸ਼ਨ ਬਣਦੀ ਹੈ। ਉਹ ਮੈਂ ਤਾਂ ਹੀ ਤੁਹਾਨੂੰ ਕਿਹਾ ਸੀਗਾ ਕਿ ਅਗਰ ਤਾਂ ਨਹੀਂ ਦਿੱਤੀ ਤਾਂ ਡਾਇਰੈਕਟਲੀ ਇੱਥੋਂ ਲਿਖ ਲਈ, ਲੇਕਿਨ ਅਗਰ ਤੁਹਾਨੂੰ ਦਿੱਤੀ ਹੋਏਗੀ ਤਾਂ ਫਿਰ ਤੁਸੀਂ ਉਸ ਤਰ੍ਹਾਂ ਲਿਖੋਗੇ। ਪਰ ਉਹ ਕਿਉਂ ਅਲੱਗ ਹੁੰਦੀ ਹੈ, ਉਹਦਾ ਰੀਜ਼ਨ ਹੈ ਨਾ। ਸੋ ਰੇਟ ਡਿਪੈਂਡ ਕਰਦਾ ਸਲੋਐਸਟ ਸਟੈਪ ਤੇ। ਕੰਪਲੈਕਸ ਸਾਈਕਲ ਜਿਹੜੇ ਹੈ ਉਹ ਕੰਪਲੀਟ ਸਾਈਕਲ 50 ਬਣੇ। ਰੇਟ ਆਫ ਫਾਰਮਿੰਗ ਸਾਈਕਲ ਇੱਕ ਡੇ 'ਚ ਕਿੰਨੇ ਹੈ? 50। ਰੇਟ ਡਿਟਰਮਿਨਿੰਗ ਸਟੈਪ ਕਿਹੜਾ ਹੋ ਗਿਆ? 50। ਬ੍ਰੇਕਸ ਵਾਲਾ ਸਾਡੇ ਟੋਟਲ ਸਾਈਕਲ ਕਿੰਨੇ ਬਣੇ? ਉਹ ਡਿਪੈਂਡ ਕਰਦਾ 50 ਤੇ। ਸੋ ਰੇਟ ਡਿਟਰਮਿਨਿੰਗ ਸਟੈਪ ਇਜ਼ ਦੀ ਸਲੋਐਸਟ ਸਟੈਪ। ਐਲੀਮੈਂਟਰੀ ਰਿਐਕਸ਼ਨਸ, ਉਹ ਰਿਐਕਸ਼ਨਸ ਬੇਟਾ ਜਿਨ੍ਹਾਂ ਦਾ ਮੋਲੀਕੂਲੈਰਿਟੀ ਤੇ ਆਰਡਰ ਇਕੁਅਲ ਹੋਵੇ, ਉਹਨਾਂ ਨੂੰ ਕਹਿੰਦੇ ਆ ਐਲੀਮੈਂਟਰੀ ਰਿਐਕਸ਼ਨ। ਔਰ ਉਹ ਰਿਐਕਸ਼ਨਸ ਜਿਨ੍ਹਾਂ ਦਾ ਮੋਲੀਕੂਲੈਰਿਟੀ ਆਰਡਰ ਇਕੁਅਲ ਹੋਣ ਦੇ ਨਾਲ ਨਾਲ ਇੰਟੈਗਰਲ ਵੀ ਹੋਣ, ਯਾਨੀ ਕਿ 1 2 3 ਇਸ ਤਰ੍ਹਾਂ ਹੋਣ, ਫ੍ਰੈਕਸ਼ਨਲ ਵੈਲਿਊ ਨਾ ਹੋਣ। ਤੁਸੀਂ ਕੋ 2/3 4/3 5/3 ਆਰਡਰ ਵੀ ਆ ਸਕਦਾ ਇਸ ਤਰ੍ਹਾਂ, ਤੇ ਉਹ ਤੁਹਾਡੇ ਕੋਲ ਇਸ ਤਰ੍ਹਾਂ ਮੋਲੀਕੂਲੈਰਿਟੀ ਵੀ ਆ ਸਕਦੀ ਹੈ। ਆਰਡਰ 'ਚ ਤੁਸੀਂ ਸਮ ਆਫ ਪਾਰਟਸ ਨੂੰ ਰੇਟ ਲਾ ਇਕੁਏਸ਼ਨ 'ਚ ਐਡ ਕਰਨਾ ਹੈ, ਮੋਲੀਕੂਲੈਰਿਟੀ 'ਚ ਟੋਟਲ ਮੋਲੀਕਿਊਲਸ ਨੂੰ ਐਡ ਕਰਨਾ ਹੈ, ਤੇ ਮੋਲੀਕਿਊਲ ਕਈ ਵਾਰੀ ਹਾਫ ਵੀ ਰਿਐਕਟ ਕਰਦਾ। ਸੋ ਮੋਲੀਕੂਲੈਰਿਟੀ ਦੇ ਆਰਡਰ ਫ੍ਰੈਕਸ਼ਨਲ ਆ ਸਕਦੇ ਹੈ। ਬਟ ਐਲੀਮੈਂਟਰੀ ਰਿਐਕਸ਼ਨ ਉਹ ਹੋਏਗੀ ਜਿਹਦੇ 'ਚ ਮੋਲੀਕੂਲੈਰਿਟੀ ਫ੍ਰੈਕਸ਼ਨਲ ਨਹੀਂ ਹੈ ਔਰ ਮੋਲੀਕੂਲੈਰਿਟੀ ਤੇ ਆਰਡਰ ਇਕੁਅਲ ਨੇ, ਠੀਕ ਹੈ ਨਾ। ਬੇਟਾ ਇੱਕ ਗੱਲ ਹੋਰ ਯਾਦ ਰੱਖਿਓ, ਮੋਲੀਕੂਲੈਰਿਟੀ ਕਦੀ ਵੀ 0 ਨਹੀਂ ਹੋ ਸਕਦੀ। ਜਿੱਦਾਂ ਅਸੀਂ ਕਿਹਾ ਸੀ ਨਾ, ਆਰਡਰ 0 ਨੇ, ਠੀਕ ਹੈ ਬੇਟਾ ਜੀ। ਆਰਡਰ 0 ਹੋ ਸਕਦਾ ਹੀ, ਪਰ ਮੋਲੀਕੂਲੈਰਿਟੀ 0 ਹੀ ਨਹੀਂ ਹੋ ਸਕਦੀ ਕਦੀ ਵੀ। ਕਿਉਂਕਿ ਮੋਲੀਕੂਲੈਰਿਟੀ ਕੀ ਹੈ ਕਿ ਕਿੰਨੇ ਮੋਲੀਕਿਊਲਸ ਰਿਐਕਟ ਕਰਦੇ ਪਏ ਨੇ, ਤੇ ਜੇ ਰਿਐਕਸ਼ਨ ਹੋ ਰਹੀ ਹੈ ਤਾਂ ਕੋਈ ਮੋਲੀਕਿਊਲ ਤੇ ਰਿਐਕਟ ਕਰੇਗਾ ਹੀ। ਸੋ ਇਟ ਕੈਨ ਨੈਵਰ ਬੀ 0, ਵੈਰੀ ਇੰਪੋਰਟੈਂਟ। ਮੋਲੀਕੂਲੈਰਿਟੀ ਇੰਟੈਗਰਲ ਵੀ ਹੋ ਸਕਦੀ ਹੈ, ਫ੍ਰੈਕਸ਼ਨਲ ਵੀ ਹੋ ਸਕਦੀ ਹੈ, ਬਟ ਐਲੀਮੈਂਟਰੀ ਰਿਐਕਸ਼ਨ ਨਹੀਂ ਹਮੇਸ਼ਾ ਇੰਟੈਗਰਲ ਹੋਏਗੀ। ਮੰਨ ਲਓ ਮੇਰੇ ਕੋ ਇੱਕ ਐਗਜ਼ਾਮਪਲ ਹੈ a plus b gives c। ਰੇਟ ਕੀ ਹੋ ਗਿਆ? ਰੇਟ ਇਕੁਏਸ਼ਨ k a ਦੀ ਪਾਵਰ 1 ਔਰ b ਦੀ ਪਾਵਰ ਹਾਫ। ਫਿਰ ਇਹ ਕੋਈ ਕੰਪਲੈਕਸ ਰਿਐਕਸ਼ਨ ਹੋਏਗੀ ਜਿਹਦੇ 'ਚ ਸਾਡਾ ਲਾ ਆਫ ਮਾਸ ਐਕਸ਼ਨ ਨਹੀਂ ਲੱਗਾ, ਰੇਟ ਲਾ ਲੱਗਾ। ਸੋ ਤੁਹਾਨੂੰ ਗਿਵਨ ਹੋਏਗਾ ਆਰਡਰ ਕਿੰਨਾ ਆ ਗਿਆ? 1 + 1/2 3/2। ਫ੍ਰੈਕਸ਼ਨਲ ਆਰਡਰ ਹੈ। ਮੋਲੀਕੂਲੈਰਿਟੀ ਕਿੰਨੀ ਹੈ? 2। ਆਰਡਰ ਕਿੰਨਾ ਇਹਦਾ? 3/2। ਔਰ ਮੋਲੀਕੂਲੈਰਿਟੀ ਕਿੰਨੀ ਆ ਗਈ? ਕਿੰਨੇ ਮੋਲੀਕਿਊਲਸ ਰਿਐਕਟ ਕਰਦੇ ਪਏ ਆ? 2। ਮੋਲੀਕੂਲੈਰਿਟੀ ਤੇ ਆਰਡਰ ਇਕੁਅਲ ਹੈ? ਨੋ। ਫਿਰ ਐਲੀਮੈਂਟਰੀ ਰਿਐਕਸ਼ਨ ਹੋਈ? ਨੋ। ਐਲੀਮੈਂਟਰੀ ਰਿਐਕਸ਼ਨ ਨਾ ਹੋਣ ਦੇ ਇਹਦੇ ਕਿੰਨੇ ਰੀਜ਼ਨ ਹੈ? ਸਿਰਫ ਇੱਕ, ਕਿ ਮੋਲੀਕੂਲੈਰਿਟੀ ਤੇ ਆਰਡਰ ਜਿਹੜੇ ਆ ਉਹ ਇਕੁਅਲ ਨਹੀਂ ਹੈਗੇ। ਹਾਂ, ਇਹਦੀ ਮੋਲੀਕੂਲੈਰਿਟੀ ਇੰਟੈਗਰਲ ਹੈ, ਉਹ ਅਲੱਗ ਗੱਲ ਹੈ, ਬਟ 2 ਰੀਜ਼ਨ ਹੋਣੇ ਚਾਹੀਦੇ ਆ ਕਿ ਮੋਲੀਕੂਲੈਰਿਟੀ ਤੇ ਆਰਡਰ ਜਿਹੜਾ ਉਹ ਇਕੁਅਲ ਹੋਣੇ ਚਾਹੀਦੇ ਆ, ਠੀਕ ਹੈ। ਨਾਓ ਡਿਫਰੈਂਸ ਬਿਟਵੀਨ molecularity and order of reaction. See, you have to do the differences
ਮੋਲੀਕੂਲੈਰਿਟੀ ਇਜ਼ ਦੀ ਨੰਬਰ ਆਫ ਰਿਐਕਟਿੰਗ ਸਪੀਸ਼ੀਜ਼, ਕਿੰਨੇ ਸਪੀਸ਼ੀਜ਼ ਰਿਐਕਟ ਕਰਦੇ ਪਏ ਆ। ਆਰਡਰ ਸਮ ਆਫ ਪਾਰਟਸ ਹੈ ਰੇਟਲਾ ਇਕੁਏਸ਼ਨ ਦੇ ਵਿੱਚ। ਮੋਲੀਕੂਲੈਰਿਟੀ ਜਿਹੜੀ ਹੈ ਉਹ ਐਲੀਮੈਂਟਰੀ ਰਿਐਕਸ਼ਨਸ 'ਚ ਹੀ ਐਪਲੀਕੇਬਲ ਹੈ, ਅਤੇ ਕੰਪਲੈਕਸ ਰਿਐਕਸ਼ਨ 'ਚ ਮੋਲੀਕੂਲੈਰਿਟੀ ਦਾ ਕੋਈ ਮਤਲਬ ਨਹੀਂ ਹੈ, ਕਿਉਂਕਿ ਕੰਪਲੈਕਸ ਰਿਐਕਸ਼ਨ 2-3 ਸਟੈਪਸ ਦੇ ਨਾਲ ਹੋਣਗੇ। ਠੀਕ ਹੈ ਬੇਟਾ ਜੀ। ਔਰ ਆਰਡਰ ਆਫ ਰਿਐਕਸ਼ਨ ਜਿਹੜਾ ਹੈ ਉਹ ਐਲੀਮੈਂਟਰੀ ਅਤੇ ਕੰਪਲੈਕਸ ਰਿਐਕਸ਼ਨਸ 'ਚ ਵੀ ਚੱਲਦਾ। ਐਲੀਮੈਂਟਰੀ ਮਤਲਬ ਜਿਹੜੀ ਇੱਕੋ ਹੀ ਸਟੈਪ 'ਚ ਹੋ ਗਈ ਹੈ, ਠੀਕ ਹੈ। ਔਰ ਕੰਪਲੈਕਸ ਰਿਐਕਸ਼ਨਸ ਕਿਹੜੀਆਂ ਨੇ ਬੇਟਾ, ਜਿਹੜੀਆਂ 2-3 ਸਟੈਪਸ 'ਚ ਹੋਈਆਂ, ਅਤੇ ਆਰਡਰ ਉਹ 'ਚ ਸਾਡਾ ਰੇਟ ਡਿਟਰਮਿਨਿੰਗ ਸਟੈਪ ਕਿਹੜਾ ਹੋਏਗਾ, ਸਲੋਐਸਟ ਸਟੈਪ, ਉਹਦੇ ਨਾਲ ਆਰਡਰ ਕਰ ਲਾਂਗੇ। ਬਟ ਮੋਲੀਕੂਲੈਰਿਟੀ ਜਿਹੜਾ ਐਲੀਮੈਂਟਰੀ ਰਿਐਕਸ਼ਨ ਹੋਏਗੀ, ਜਦੋਂ ਕੰਪਲੈਕਸ ਰਿਐਕਸ਼ਨ ਹੋਏਗੀ 2-3 ਸਟੈਪਸ 'ਚ ਰਿਐਕਸ਼ਨ ਹੋਈ, ਠੀਕ ਹੈ, ਅਤੇ ਉਹਦੇ 'ਚ ਤੁਹਾਡਾ ਮੋਲੀਕੂਲੈਰਿਟੀ ਕੀ ਹੋਏਗਾ, ਕਿਹੜੇ ਸਟੈਪ ਦੇ ਹਿਸਾਬ ਨਾਲ ਕੱਢੋਗੇ, ਹੈ ਨਾ। ਸੋ ਮੋਲੀਕੂਲੈਰਿਟੀ ਥਿਓਰੈਟੀਕਲ ਕੰਸੈਪਟ ਹੈ, ਆਰਡਰ ਪ੍ਰੈਕਟੀਕਲ ਕੰਸੈਪਟ ਹੈ, ਠੀਕ ਹੈ ਨਾ। ਇਹ ਪ੍ਰੈਕਟੀਕਲੀ ਪਤਾ ਚੱਲਦਾ ਸਲੋ ਸਟੈਪ ਕਿਹੜਾ ਹੈ, ਉਹਦੇ ਹਿਸਾਬ ਨਾਲ ਆਰਡਰ ਕਰ ਲਓਗੇ। ਮੋਲੀਕੂਲੈਰਿਟੀ ਤੇ ਸਿੰਪਲ ਦੇਖਣਾ ਕਿੰਨੇ ਮੋਲੀਕਿਊਲਸ ਰਿਐਕਟ ਕੀਤੇ। ਮੋਲੀਕੂਲੈਰਿਟੀ ਦੀਆਂ ਹੋਲ ਨੰਬਰ ਵੈਲਿਊਜ਼ ਹੁੰਦੀਆਂ, ਇਹ ਨੋਨ ਇੰਟੀਜਰ ਨਹੀਂ ਹੋ ਸਕਦੀ, ਠੀਕ ਹੈ। ਔਰ ਆਰਡਰ ਜਿਹੜੀ ਹੈ ਇਹ ਹੋਲ ਨੰਬਰ ਵੈਲਿਊ ਵੀ ਹੋ ਸਕਦੀ ਹੈ, ਇੰਟੈਗਰਲ ਵੀ ਹੋ ਸਕਦੀ ਹੈ। ਆਰਡਰ 0 ਹੋ ਸਕਦਾ, ਮੋਲੀਕੂਲੈਰਿਟੀ 0 ਨਹੀਂ ਹੋ ਸਕਦੀ। ਮੋਲੀਕੂਲੈਰਿਟੀ ਜਿਹੜੀ ਹੈ ਉਹ ਸਲੋਐਸਟ ਸਟੈਪ ਦੀ ਸੇਮ ਹੋਏਗੀ ਆਰਡਰ ਆਫ ਰਿਐਕਸ਼ਨ ਦੇ ਬਰਾਬਰ, ਠੀਕ ਹੈ ਨਾ। ਔਰ ਕੰਪਲੈਕਸ ਰਿਐਕਸ਼ਨਸ ਜਿਹੜਾ ਆ ਆਰਡਰ ਹਮੇਸ਼ਾ ਸਲੋ ਸਟੈਪ ਦੇ ਨਾਲ ਹੋਏਗਾ। ਹਾਂਜੀ ਬੇਟਾ, ਕੁਛ ਨਮੈਰੀਕਲਸ ਉਹ ਨੇ। ਕੈਲਕੂਲੇਟ ਦੀ ਓਵਰਆਲ ਆਰਡਰ ਆਫ ਰਿਐਕਸ਼ਨ। ਰੇਟ ਐਕਸਪ੍ਰੈਸ਼ਨ ਦਿੱਤਾ, ਰੇਟ ਇਕੁਅਲ ਟੂ ਕੇ ਏ ਦੀ ਪਾਵਰ 1/2 ਬੀ ਦੀ ਪਾਵਰ 3/2, ਅਤੇ ਦੂਸਰਾ ਵੀ ਦਿੱਤਾ, ਦੋਨਾਂ ਦਾ ਆਰਡਰ ਕਰਨਾ। ਪਹਿਲੇ 'ਚ ਰੇਟ ਇਕੁਏਸ਼ਨ ਕੀ ਹੈ, ਏ ਦੀ ਪਾਵਰ 1/2 ਬੀ ਦੀ ਪਾਵਰ 3/2, ਦੋਨਾਂ ਪਾਵਰਸ ਨੂੰ ਐਡ ਕਰ ਦਿਓ, ਆਰਡਰ ਆ ਗਿਆ। 2 ਆਂਸਰ ਆਇਆ ਸੈਕਿੰਡ ਆਰਡਰ। ਸੈਕਿੰਡ 'ਚ ਕੀ ਹੈ, ਕਿ ਏ ਦੀ ਪਾਵਰ 3/2 ਬੀ ਦੀ ਪਾਵਰ -1/2, ਠੀਕ ਹੈ ਨਾ। ਸੋ ਸੈਕਿੰਡ ਦਾ ਵੀ ਤੁਸੀਂ ਆਰਡਰ ਕਰ ਲਓਗੇ। ਮੈਂ ਇੱਥੇ ਸੋਲਵ ਨਹੀਂ ਕੀਤਾ, ਤੁਸੀਂ ਕਰੋਗੇ 3/2 -1/2, ਅਤੇ ਕਿੰਨਾ ਆ ਗਿਆ 3 - 1 2, 2/2, 2/2 ਕਿੰਨਾ ਹੋ ਗਿਆ 1, ਤੋ ਇਹਦਾ ਆਂਸਰ ਆਏਗਾ 1, ਤੋ ਇਹ ਆ ਗਿਆ ਫਸਟ ਆਰਡਰ ਰਿਐਕਸ਼ਨ। ਦੇਖੋ ਇਕੁਏਸ਼ਨ ਹੈ a + b ਗਿਵ c, ਆਰਡਰ ਕਿੰਨਾ 0, ਅਤੇ ਇਕੁਏਸ਼ਨ ਲਿਖਣੀ ਹੈ ਰੇਟ ਇਕੁਏਸ਼ਨ। ਇਕੁਏਸ਼ਨ ਹੈ a + b ਗਿਵ c, ਆਰਡਰ 0 ਹੈ, ਅਤੇ ਰੇਟ ਇਕੁਏਸ਼ਨ ਕੀ ਬਣੀ, k a ਦੀ ਪਾਵਰ 0 b ਦੀ ਪਾਵਰ 0, ਯਾਨੀ ਕਿ ਰੇਟ ਇਕੁਅਲ ਟੂ k। ਸਿੰਪਲ। ਇਹਦੇ ਲਈ ਆਰਡਰ ਲਿਖਣਾ ਹੈ, ਇਹਦੇ ਲਈ ਆਰਡਰ ਕੱਢਣਾ ਹੈ। ਪਹਿਲਾ ਪਾਰਟ ਮੈਂ ਕੱਢਤਾ, ਦੂਸਰਾ ਤੁਸੀਂ ਸੋਲਵ ਕਰੋਗੇ ਔਰ ਆਂਸਰ 1 ਆਏਗਾ। ਦੂਸਰੇ ਦਾ ਸੋਲਵ ਕਰ ਲਿਓ ਬੇਟੇ। ਔਰ ਇਹਦੇ ਲਈ ਤੁਹਾਨੂੰ ਆਰਡਰ ਦਿੱਤਾ ਹੈ, ਰੇਟ ਇਕੁਏਸ਼ਨ ਲਿਖਣੀ ਹੈ। ਮੰਨ ਲਓ ਕੰਸਨਟ੍ਰੇਸ਼ਨ A ਅਤੇ B ਦੀ ਮੋਲ ਪਰ ਡੈਸੀਮੀਟਰ ਕਿਊਬ ਹੈ। ਮੋਲ ਪਰ ਲੀਟਰ ਦੀ ਜਗ੍ਹਾ ਉਹਨੇ ਕੀ ਕਹਿ ਦਿੱਤਾ, ਮੋਲ ਪਰ ਡੈਸੀਮੀਟਰ ਕਿਊਬ, ਅਤੇ ਟਾਈਮ ਮਿੰਟ 'ਚ ਹੈ, ਅਤੇ ਰੇਟ ਕਾਂਸਟੈਂਟ ਦੇ ਯੂਨਿਟ ਕੱਢੋ ਇਸ ਰਿਐਕਸ਼ਨ ਲਈ, ਠੀਕ ਹੈ ਨਾ। ਇੱਕ ਤੁਹਾਨੂੰ ਕੰਸਨਟ੍ਰੇਸ਼ਨ ਦੇਤੀ, ਮੋਲ ਪਰ ਲੀਟਰ 'ਚ ਨਹੀਂ ਲੈਣੀ, ਉਹ ਕਹਿੰਦਾ ਮੋਲ ਪਰ ਡੈਸੀਮੀਟਰ ਕਿਊਬ 'ਚ ਲਓ, ਟਾਈਮ ਮਿੰਟ 'ਚ ਲਿਓ, ਅਤੇ ਰੇਟ ਕਾਂਸਟੈਂਟ ਦੇ ਪਹਿਲਾਂ ਦੇਖੋਗੇ ਕਿਹੜਾ ਆਰਡਰ ਹੈ ਨਾ, ਉਸ ਹਿਸਾਬ ਨਾਲ ਤੁਸੀਂ ਜਾਂ ਰੇਟ ਇਕੁਏਸ਼ਨ 'ਚ ਸੋਲਵ ਕਰ ਲਓਗੇ। ਜਾਂ 0 ਆਰਡਰ ਰਿਐਕਸ਼ਨ ਲਈ ਯੂਨਿਟਸ ਕੀ ਹੋਣਗੇ, ਅਗਰ ਕੰਸਨਟ੍ਰੇਸ਼ਨ ਮੋਲ ਪਰ ਲੀਟਰ 'ਚ ਹੈ ਅਤੇ ਟਾਈਮ ਸੈਕਿੰਡ 'ਚ ਹੈ। ਸੋ ਲੈਟ ਅਸ ਸੋਲਵ। ਸੀ ਦਾ ਫਸਟ ਪਾਰਟ, a + b ਗਿਵਸ 2ab, ਰੇਟ ਕੀ ਹੋ ਗਿਆ k a ਦੀ ਪਾਵਰ 1 b ਦੀ ਪਾਵਰ 1। ਜੇ ਰੇਟ ਇਕੁਏਸ਼ਨ ਨਹੀਂ ਦਿੱਤੀ ਸੀ, ਅਸੀਂ ਲਾ ਆਫ ਮਾਸ ਸੈਕਸ਼ਨ ਲਗਾ ਲਿਆ। ਹੁਣ ਯੂਨਿਟ ਕਿਹਦੇ ਕੱਢਣੇ ਆ, k ਦੇ। ਤੋਂ ਪਹਿਲਾਂ ਰੇਟ ਦੇ ਕੀ ਹੋ ਗਏ, ਕੰਸਨਟ੍ਰੇਸ਼ਨ ਅਪੋਨ ਟਾਈਮ, ਮੋਲ ਪਰ ਡੈਸੀਮੀਟਰ ਕਿਊਬ ਅਪੋਨ ਮਿੰਟ, ਅਤੇ a ਦੇ ਮੋਲ ਪਰ ਡੈਸੀਮੀਟਰ ਕਿਊਬ, ਅਤੇ b ਦੇ ਵੀ ਮੋਲ ਪਰ ਡੈਸੀਮੀਟਰ ਕਿਊਬ। ਕੰਸਨਟ੍ਰੇਸ਼ਨ ਦੇ ਯੂਨਿਟ ਆ ਗਏ, ਮੋਲ ਪਰ ਡੈਸੀਮੀਟਰ ਕਿਊਬ, ਮੋਲ ਪਰ ਡੈਸੀਮੀਟਰ ਕਿਊਬ ਕੱਟੇ ਗਏ। ਸੋ k ਦੇ ਕੀ ਯੂਨਿਟ ਆ ਗਏ, 1 ਅਪੋਨ ਮੋਲ ਪਰ ਡੈਸੀਮੀਟਰ ਕਿਊਬ ਇੰਟੂ ਮਿੰਟ, ਮੋਲ ਦੀ ਪਾਵਰ -1, ਡੈਸੀਮੀਟਰ ਦੀ ਪਾਵਰ 3, ਅਤੇ ਮਿੰਟ ਦੀ ਪਾਵਰ -1 ਇਜ਼ ਦੀ ਆਂਸਰ, ਠੀਕ ਹੈ ਨਾ। ਉਹਨੇ k ਦੇ ਯੂਨਿਟਸ ਕੱਢਣ ਨੂੰ ਕਿਹਾ ਸੀ ਇਸ ਰਿਐਕਸ਼ਨ ਲਈ, ਔਰ ਕੰਸਨਟ੍ਰੇਸ਼ਨ ਦੇ ਯੂਨਿਟ ਤੁਹਾਨੂੰ ਦਿੱਤੇ ਹੋਏ ਸੀ। ਹੁਣ ਉਹਨੇ ਕਿਹਾ ਕਿ 0 ਆਰਡਰ ਰਿਐਕਸ਼ਨ ਹੈ, ਠੀਕ ਹੈ ਬੇਟਾ, ਔਰ ਕੰਸਨਟ੍ਰੇਸ਼ਨ ਤੁਸੀਂ ਮੋਲ ਪਰ ਲੀਟਰ 'ਚ ਲੈਣੀ ਹੈ, k ਦੇ ਯੂਨਿਟ ਕੱਢੋ। 0 ਆਰਡਰ ਰਿਐਕਸ਼ਨ ਦੀ ਇਕੁਏਸ਼ਨ ਲਿਖ ਲਈ। ਰੇਟ ਇਕੁਅਲ ਟੂ ਕਿਹਦੇ ਇਕੁਅਲ ਹੋ ਗਿਆ, k, ਰੇਟ ਦੇ ਉਹੀ k ਦੇ ਉਹੀ ਯੂਨਿਟ ਹੋਣਗੇ ਜੋ ਰੇਟ ਦੇ ਆ, ਔਰ ਰੇਟ ਕੀ ਹੁੰਦਾ, ਕੰਸਨਟ੍ਰੇਸ਼ਨ ਅਪੋਨ ਟਾਈਮ। ਦੂਸਰੀ ਵਾਰ ਸਾਨੂੰ ਕਿਹਾ ਸੀ ਕੰਸਨਟ੍ਰੇਸ਼ਨ ਲੈਣੀ ਹੈ ਮੋਲ ਪਰ ਲੀਟਰ 'ਚ ਅਪੋਨ ਸੈਕਿੰਡ, तो मोल पर लीटर पर second is the answer. Now next, write the units of rate constant for nth order reaction. ठीक है ना, nth order reaction ਲਈ rate constant ਦੇ units ਕੱਢੋ, ਔਰ ਉਹਦੇ ਤੋਂ ਫਿਰ ਤੁਸੀਂ ਹਾਫ ਆਰਡਰ ਰਿਐਕਸ਼ਨ, 3/2 ਆਰਡਰ ਰਿਐਕਸ਼ਨ ਤੇ ਥਰਡ ਆਰਡਰ ਰਿਐਕਸ਼ਨ ਦੇ ਯੂਨਿਟਸ ਕੱਢੋ। ਪਹਿਲਾਂ nth ਲਈ ਸੋਲਵ ਕਰ ਲਈਏ। nth ਰੇਟ nth ਆਰਡਰ ਦਾ ਕੀ ਇਕੁਏਸ਼ਨ ਹੋਏਗੀ, ਰੇਟ ਇਕੁਅਲ ਟੂ k a ਦੀ ਪਾਵਰ n,
है ना, या तो तुसीं पिछे लर्न किया या फिर तो सॉल्व कर लो। इत्थे सॉल्व कर दिंनी है मैं, मोल पर लीटर अपॉन सैकेंड रेट द यूनिट, के ए द यूनिट मोल पर लीटर दी पावर n, ठीक है। नाउ मोल पर लीटर अपॉन सैकेंड, दिस इज रेट, के मोल पर लीटर दी पावर n, के नूं इधर रहन दो, मोल पर लीटर अपॉन सैकेंड, मोल पर लीटर दी पावर n इत्थे रह गया, मोल पर लीटर दी पावर 1 माइनस n हो गया, ऊपर 1 है नीचे n है, 1 माइनस n पर सैकेंड, nth ऑर्डर के यूनिट्स आ गए। हुण हाफ ऑर्डर दे कढ़ दो, n 1/2 पुट करो, सॉल्व करोगे तुसीं इनू खुद। 3/2 ऑर्डर दे कड्डो, n 3/2 पुट कर दो, इनू सॉल्व करोगे खुद, मैं तो किया होया पर आप भी कोशिश करना है। और थर्ड ऑर्डर दे कड्डोगे, n 3 पुट कर दो, 1 माइनस 3 हो जाएगा, ना सॉल्व इट। nth ऑर्डर दे कढ़ के उतों किसी भी ऑर्डर दे यूनिट कढ़ने, उसकी वैल्यू पुट कर दो। दैट्स ऑल फॉर टुडे। कल असीं नमैरिकल्स तुहानूं देवांगे, तुसीं सॉल्व करने होणगे। गुड लक।